Singh. I will teach in Guru Har Gobind Public High School, Fatehgarh. Today I will discuss the class ninth chapter number first, matter in our surrounding, and discuss the next part of chapter. Today I will start the topic the gaseous state. Gas have the following properties. They do not have a fixed volume. Gases ਦਾ ਕੋਈ ਵੀ ਫਿਕਸ ਵੋਲੀਅਮ ਨਹੀਂ ਵਗੈਰਾ ਹੁੰਦਾ. They do not have a fixed shape. ਇਹਨਾਂ ਦੀ ਕੋਈ ਵੀ ਆਪਣੀ ਇੱਕ ਖਾਸ ਦਿੱਖ ਮਤਲਬ ਸ਼ੇਪ ਨਹੀਂ ਹੁੰਦੀ. The particles of gases have least almost no force of attraction between them. ਜੋ ਪਾਰਟੀਕਲਸ ਨੇ ਗੈਸ ਦੇ ਉਹਨਾਂ ਵਿਚਕਾਰ ਫੋਰਸ ਆਫ ਅਟਰੈਕਸ਼ਨ ਬਿਲਕੁਲ ਨਾਮਾਤਰ ਹੁੰਦੀ ਹੈ, ਨੈਗਲੀਜੀਬਲ ਹੁੰਦੀ ਹੈ. Therefore, the particles have a large number of spaces between them. ਫੋਰਸ ਆਫ ਅਟਰੈਕਸ਼ਨ ਨੈਗਲੀਜੀਬਲ ਹੋਣ ਕਰਕੇ ਨਾ ਹੋਣ ਕਰਕੇ ਜੋ ਪਾਰਟੀਕਲਸ ਨੇ ਗੈਸਸ ਦੇ ਉਹਨਾਂ ਦੇ ਵਿੱਚ ਆਪਸ ਵਿੱਚ ਬਹੁਤ ਖਾਲੀ ਜਗ੍ਹਾ ਰਹਿ ਜਾਂਦੀ ਹੈ. ਦੇ ਕੈਨ ਫਰੀਲੀ ਮੂਵ ਇਨ ਐਨੀ ਡਾਇਰੈਕਸ਼ਨ, ਜਿਸ ਨਾਲ ਕੀ ਉਹ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਫਰੀਲੀ ਮੂਵ ਕਰ ਸਕਦੇ ਆ. ਆਲਸੋ ਦੇ ਕੈਨ ਬੀ ਈਜ਼ਲੀ ਕੰਪਰੈਸਡ ਐਂਡ ਪੁੱਟ ਇਨਟੂ ਏ ਸਮਾਲ ਕੰਟੇਨਰ. ਆਪਾਂ ਗੈਸਸ ਨੂੰ ਕੰਪਰੈਸ ਕਰਕੇ ਕਿਸੇ ਵੀ ਕੰਟੇਨਰ ਦੇ ਵਿੱਚ ਪੁੱਟ ਆਊਟ ਕਰ ਸਕਦੇ ਹਾਂ. ਫੋਰ ਐਗਜ਼ਾਮਪਲ ਜਿਸ ਤਰ੍ਹਾਂ LPG ਹੈ, ਲਿਕੁਇਡ ਪੈਟਰੋਲੀਅਮ ਗੈਸ, ਜੋ ਆਪਾਂ ਘਰਾਂ ਦੇ ਵਿੱਚ ਵਰਤਦੇ ਹਾਂ ਖਾਣਾ ਪਕਾਉਣ ਲਈ. ਲਿਕੁਇਡ ਪੈਟਰੋਲੀਅਮ ਗੈਸ ਨੂੰ ਆਪਾਂ ਕੰਪਰੈਸ ਕਰਕੇ ਸਿਲੰਡਰ ਵਿੱਚ ਪਾ ਸਕਦੇ ਹਾਂ. Since there is a lot of space between the particle, different gases can diffuse into each other easily. ਨੈਕਸਟ ਟੋਪਿਕ ਹੈ ਡਿਫਰੈਂਸ ਇਨ ਕਰੈਕਟਰਿਸਟਿਕਸ ਆਫ ਸਟੇਟ ਆਫ ਮੈਟਰ. ਕੀ ਡਿਫਰੈਂਸ ਹੈ? ਜਿਸ ਤਰ੍ਹਾਂ ਸੋਲਿਡ ਦੀ ਇੱਕ ਡੈਫੀਨੇਟ ਸ਼ੇਪ ਹੁੰਦੀ ਹੈ, ਇੱਕ ਖਾਸ ਦਿੱਖ ਹੁੰਦੀ ਹੈ. ਲਿਕੁਇਡ ਦੀ ਇੰਡੈਫੀਨੇਟ ਸ਼ੇਪ ਹੈ ਅਤੇ ਗੈਸਸ ਦੀ ਆਲਸੋ ਇੰਡੈਫੀਨੇਟ ਸ਼ੇਪ. ਸੋਲਿਡ ਦਾ ਡੈਫੀਨੇਟ ਵੋਲੀਅਮ ਹੈ, ਲਿਕੁਇਡ ਦਾ ਵੀ ਡੈਫੀਨੇਟ ਵੋਲੀਅਮ ਹੁੰਦਾ ਹੈ. ਜਿੰਨਾ ਸਪੋਜ਼ ਐਗਜ਼ਾਮਪਲ ਕਰੋ, ਜਿਸ ਤਰ੍ਹਾਂ ਆਪਾਂ ਨੇ ਇੱਕ ਬਕਟ ਦੇ ਵਿੱਚ 5 ਲੀਟਰ ਪਾਣੀ ਪਾਇਆ ਤਾਂ ਉਹਦਾ ਵੋਲੀਅਮ 5 ਲੀਟਰ ਹੀ ਰਹੇਗਾ. ਭਾਵੇਂ ਉਹਦੀ ਸ਼ੇਪ ਚੇਂਜ ਹੁੰਦੀ ਰਹੇਗੀ ਪਰ ਉਹਦਾ ਵੋਲੀਅਮ ਚੇਂਜ ਨਹੀਂ ਹੋਏਗਾ. ਪਰ ਗੈਸਸ ਦਾ ਵੀ ਕੀ ਹੁੰਦਾ ਹੈ, ਇਨਡੈਫੀਨੇਟ ਵੋਲੀਅਮ ਹੁੰਦਾ ਹੈ. ਸੋਲਿਡ ਦੇ ਵਿੱਚ ਜਿਹੜੀ ਹੁੰਦੀ ਹੈ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਮੈਕਸੀਮਮ ਹੁੰਦੀ ਹੈ, ਤਾਂ ਹੀ ਜਿਹੜੇ ਸੋਲਿਡ ਪਾਰਟੀਕਲਸ ਨੇ ਉਹ ਮੂਵ ਨਹੀਂ ਕਰਦੇ. ਲਿਕੁਇਡ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਲੈਸ ਹੋ ਜਾਂਦੀ ਹੈ, ਪਾਰਟੀਕਲਸ ਥੋੜ੍ਹਾ ਮੂਵ ਕਰਨਾ ਸ਼ੁਰੂ ਕਰ ਦਿੰਦੇ ਆ. ਅਤੇ ਗੈਸਸ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਨੈਗਲੀਜੀਬਲ ਹੋ ਜਾਂਦੀ ਹੈ, ਬਿਲਕੁਲ ਨਾ ਮਾਤਰ ਹੋ ਜਾਂਦੀ ਹੈ, ਬਿਲਕੁਲ ਵੀ ਨਹੀਂ ਹੁੰਦੀ, ਤਾਂ ਜੋ ਪਾਰਟੀਕਲਸ ਨੇ ਉਹ ਈਜ਼ਲੀ ਮੂਵ ਕਰ ਸਕਦੇ ਆ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ. ਸੋਲਿਡ ਨੂੰ ਆਪਾਂ ਕੰਪਰੈਸ ਨਹੀਂ ਕਰ ਸਕਦੇ, ਕੈਨੋਟ ਬੀ ਕੰਪਰੈਸਡ. ਲਿਕੁਇਡ ਵੀ ਕੈਨੋਟ ਬੀ ਕੰਪਰੈਸਡ, ਬਟ ਇਨ the case of gas it is also compressed. For example, LPG and CNG. Kinetic energy of particles is minimum. ਸੋਲਿਡ ਦੇ ਵਿੱਚ ਜਿਹੜੀ ਕਾਈਨੈਟਿਕ ਐਨਰਜੀ ਹੈ ਪਾਰਟੀਕਲ ਦੀ ਉਹ ਬਹੁਤ ਥੋੜ੍ਹੀ ਹੁੰਦੀ ਹੈ. ਲਿਕੁਇਡ ਦੇ ਵਿੱਚ ਕੀ ਹੈ, ਥੋੜ੍ਹੀ ਜਿਹੀ ਜ਼ਿਆਦਾ ਹੋ ਜਾਂਦੀ ਹੈ ਸੋਲਿਡ ਨਾਲੋਂ, ਅਤੇ ਗੈਸ ਦੇ ਵਿੱਚ ਬਿਲਕੁਲ ਜ਼ਿਆਦਾ ਹੁੰਦੀ ਹੈ. ਵਾਟ ਇਜ਼ ਫੰਕਸ਼ਨ ਆਫ ਕਾਈਨੈਟਿਕ ਐਨਰਜੀ? ਕਾਈਨੈਟਿਕ ਐਨਰਜੀ ਦਾ ਵਰਕ ਕੀ ਹੈ? ਮੋਸ਼ਨ ਆਫ ਆਬਜੈਕਟ. ਕੋਈ ਵੀ ਆਬਜੈਕਟ ਜਾਂ ਕੋਈ ਵੀ ਪਾਰਟੀਕਲ ਮੂਵ ਕਰਦਾ ਹੈ ਕਿਹਦੀ ਹੈਲਪ ਨਾਲ? ਕਾਈਨੈਟਿਕ ਐਨਰਜੀ ਦੀ ਹੈਲਪ ਨਾਲ. ਨੈਕਸਟ ਹੈ ਇਫੈਕਟ ਆਫ ਚੇਂਜ ਆਫ ਟੈਂਪਰੇਚਰ. ਹੁਣ ਟੈਂਪਰੇਚਰ ਨੂੰ ਜਦੋਂ ਆਪਾਂ ਚੇਂਜ ਕਰਾਂਗੇ ਤਾਂ ਉਹਦਾ ਕੀ ਇਫੈਕਟ ਪਏਗਾ, ਆਪਾਂ ਡਿਫਰੈਂਟ ਸਟੇਟਸ ਦੇ ਵਿੱਚ ਪੜ੍ਹਾਂਗੇ. ਫਸਟ ਸਟੇਟ ਹੈ ਸੋਲਿਡ. ਐਜ਼ ਵੀ ਹੀਟ ਸੋਲਿਡ, ਜਦੋਂ ਆਪਾਂ ਕਿਸੇ ਵੀ ਸੋਲਿਡ ਨੂੰ ਹੀਟ ਕਰਦੇ ਹਾਂ, ਦਾ ਕਾਈਨੈਟਿਕ ਐਨਰਜੀ ਬਿਟਵੀਨ ਦਾ ਪਾਰਟੀਕਲਸ ਆਫ ਸੋਲਿਡ ਇੰਕਰੀਜ਼. ਜੋ ਕਾਈਨੈਟਿਕ ਐਨਰਜੀ ਹੈ ਸੋਲਿਡ ਦੇ ਪਾਰਟੀਕਲਸ ਦੇ ਵਿੱਚ ਉਹ ਇੰਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਅਤੇ ਜਿਹੜੀ ਫੋਰਸ ਆਫ ਅਟਰੈਕਸ਼ਨ ਹੈ ਉਹ ਕੀ ਹੈ, ਲੈਸ ਹੋਣੀ ਸ਼ੁਰੂ ਹੋ ਜਾਂਦੀ ਹੈ. ਦੇ ਸਟਾਰਟ ਵਾਈਬਰੇਟਿੰਗ ਐਂਡ ਚੇਂਜਿੰਗ ਦੇਅਰ ਪੋਜੀਸ਼ਨ. ਜਦੋਂ ਉਹਨਾਂ ਦੀ ਕਾਈਨੈਟਿਕ ਐਨਰਜੀ ਸੋਲਿਡ ਪਾਰਟੀਕਲਸ ਦੀ ਇੰਕਰੀਜ਼ ਹੋਣੀ ਸ਼ੁਰੂ ਹੋਏਗੀ ਤਾਂ ਜੋ ਉਹਨਾਂ ਵਿਚਕਾਰ ਕਾਈਨੈਟਿਕ ਐਨਰਜੀ ਹੈ ਉਹ ਵੀ ਇੰਕਰੀਜ਼ ਹੋਏਗੀ, ਅਤੇ ਉਹ ਕਿਹਨੇ ਵਾਈਬਰੇਟ ਕਰਨਾ ਸ਼ੁਰੂ ਕਰਨਗੇ. ਵਾਈਬਰੇਟ ਮੀਨ ਕੰਬਣਾ ਸ਼ੁਰੂ ਕਰ ਦੇਣਗੇ ਅਤੇ ਆਪਣੀ ਪੋਜੀਸ਼ਨਸ ਨੂੰ ਚੇਂਜ ਕਰਨਾ ਸ਼ੁਰੂ ਕਰਨਗੇ. ਡਿਊ ਟੂ ਹੀਟ ਪਾਰਟੀਕਲ ਬਿਕਮ ਫਰੀ ਐਂਡ ਸੋਲਿਡ ਕਨਵਰਟ ਇਨਟੂ ਲਿਕੁਇਡ. ਅਤੇ ਸੋਲਿਡ ਕਾਹਦੇ ਵਿੱਚ ਕਨਵਰਟ ਹੋ ਜਾਂਦਾ? ਲਿਕੁਇਡਸ ਦੇ ਵਿੱਚ. ਨੈਕਸਟ ਹੈ ਮੈਲਟਿੰਗ ਪੁਆਇੰਟ. ਵਟ ਇਜ਼ ਮੈਲਟਿੰਗ ਪੁਆਇੰਟ? ਮੈਲਟਿੰਗ ਪੁਆਇੰਟ ਕੀ ਹੁੰਦਾ ਹੈ? ਟੈਂਪਰੇਚਰ ਐਟ ਵਿਚ ਸੋਲਿਡ ਮੈਲਟ ਟੂ ਬਿਕਮ ਏ ਲਿਕੁਇਡ ਐਟ ਐਟਮੋਸਫੀਅਰਿਕ ਪ੍ਰੈਸ਼ਰ. ਜਦੋਂ ਇੱਕ ਸੋਲਿਡ ਪਿਘਲ ਕੇ ਲਿਕੁਇਡ ਦੀ ਫਾਰਮ ਵਿੱਚ ਆ ਜਾਂਦਾ ਹੈ, ਪਾਣੀ ਬਣ ਜਾਂਦਾ ਹੈ, ਤਾਂ ਉਹਨੂੰ ਕੀ ਬੋਲਦੇ ਹਾਂ ਆਪਾਂ? ਮੈਲਟਿੰਗ ਪੁਆਇੰਟ. ਇੱਕ ਖਾਸ ਟੈਂਪਰੇਚਰ 'ਤੇ. ਫੋਰ ਐਗਜ਼ਾਮਪਲ ਦਾ ਮੈਲਟਿੰਗ ਪੁਆਇੰਟ ਆਫ ਆਈਸ, ਬਰਫ਼ ਦਾ ਮੈਲਟਿੰਗ ਪੁਆਇੰਟ ਕਿੰਨਾ ਹੁੰਦਾ? 273.16 ਕੈਲਵਿਨ. ਨੈਕਸਟ ਹੈ ਫਿਊਜ਼ਨ, ਦਾ ਪ੍ਰੋਸੈਸ ਆਫ ਮੈਲਟਿੰਗ ਆਫ ਸੋਲਿਡ ਇਨਟੂ ਲਿਕੁਇਡ. ਜਦੋਂ ਕੋਈ ਵੀ ਸੋਲਿਡ ਮੈਲਟ ਕਰਦਾ ਹੈ, ਪਿਘਲਦਾ ਲਿਕੁਇਡ ਦੇ ਵਿੱਚ, ਉਸ ਪ੍ਰੋਸੈਸ ਨੂੰ ਅਸੀਂ ਕੀ ਬੋਲਦੇ ਹਾਂ? ਫਿਊਜ਼ਨ. ਲੇਟੈਂਟ ਹੀਟ,
The heat energy which is used to break the force of attraction between the particles of matter is known as latent heat. ਉਹ ਹੀਟ ਐਨਰਜੀ ਜਿਹੜੀ ਕੀ ਹੈ ਪਾਰਟੀਕਲਸ ਵਿਚਕਾਰਲੀ ਫੋਰਸ ਆਫ ਅਟਰੈਕਸ਼ਨ ਨੂੰ ਤੋੜਦੀ ਹੈ, ਬ੍ਰੇਕ ਕਰਦੀ ਹੈ, ਉਹਨੂੰ ਕੀ ਬੋਲਦੇ ਹਾਂ ਆਪਾਂ ਲੇਟੈਂਟ ਹੀਟ। ਫੋਰਸ ਆਫ ਅਟਰੈਕਸ਼ਨ ਦਾ ਵਰਕ ਕੀ ਹੁੰਦਾ, ਆਪਾਂ ਪਹਿਲਾਂ ਵੀ ਡਿਸਕਸ ਕੱਲ੍ਹ ਵੀ ਕੀਤਾ ਸੀ ਵੀ ਫੋਰਸ ਆਫ ਅਟਰੈਕਸ਼ਨ ਨੇ ਕੀ ਕਰਨਾ ਹੁੰਦਾ, ਪਾਰਟੀਕਲਸ ਨੂੰ ਪਕੜ ਕੇ ਰੱਖਣਾ ਹੁੰਦਾ ਅਤੇ ਜਕੜ ਕੇ ਰੱਖਣਾ ਹੁੰਦਾ। ਬਟ ਜਦੋਂ ਹੀਟ ਐਨਰਜੀ ਇਹਨਾਂ ਇਸ ਫੋਰਸ ਆਫ ਅਟਰੈਕਸ਼ਨ ਨੂੰ ਬ੍ਰੇਕ ਕਰਨਾ ਸ਼ੁਰੂ ਕਰ ਦਿੰਦੀ ਹੈ, ਉਸ ਨੂੰ ਬੋਲਦੇ ਹਾਂ ਆਪਾਂ ਲੇਟੈਂਟ ਹੀਟ। ਨੈਕਸਟ ਹੈ ਲੇਟੈਂਟ ਹੀਟ ਆਫ ਫਿਊਜ਼ਨ। The amount of heat energy required to change 1 kilogram of solid into liquid। ਕਿੰਨੀ ਆਪਾਂ ਨੂੰ ਹੀਟ ਐਨਰਜੀ ਚਾਹੀਦੀ ਹੈ 1 ਕਿਲੋਗ੍ਰਾਮ ਸੋਲਿਡ ਨੂੰ ਲਿਕੁਇਡ ਚੇਂਜ ਕਰਨ ਲਈ, ਉਹਨੂੰ ਬੋਲਦੇ ਹਾਂ ਲੇਟੈਂਟ ਹੀਟ ਆਫ ਫਿਊਜ਼ਨ। ਉਹਨੂੰ ਆਪਾਂ ਬੋਲ ਦਿਆਂਗੇ ਲੇਟੈਂਟ ਹੀਟ ਆਫ ਫਿਊਜ਼ਨ। ਹੁਣ ਇਹ ਸਾਰਾ ਫੈਕਟ ਕਿਹਦੇ ਉੱਪਰ ਸੀਗਾ, ਸੋਲਿਡ ਦੇ ਉੱਪਰ ਟੈਂਪਰੇਚਰ ਦਾ ਕੀ ਇਫੈਕਟ ਪੈਂਦਾ ਉਹ ਆਪਾਂ ਨੇ ਪੜ੍ਹਿਆ। ਨੈਕਸਟ ਪੜ੍ਹਾਂਗੇ ਆਪਾਂ ਲਿਕੁਇਡਸ ਦੇ ਉੱਪਰ ਕੀ ਇਫੈਕਟ ਪੈਂਦਾ। ਜਸਟ ਲਾਈਕ ਇਨ ਸੋਲਿਡ ਦ ਕੈਨੈਟਿਕ ਐਨਰਜੀ ਆਫ ਪਾਰਟੀਕਲ ਆਫ ਲਿਕੁਇਡ ਇੰਕਰੀਜ਼, ਦ ਫੋਰਸ ਆਫ ਅਟਰੈਕਸ਼ਨ ਅਮੰਗ ਦੈਮ ਡਿਕਰੀਜ਼, ਦੇ ਸਟਾਰਟ ਮੂਵ ਫ੍ਰੀਲੀ। ਹੁਣ ਦੇਖੋ ਜਦੋਂ ਕੋਈ ਵੀ ਪਾਰਟੀਕਲ ਹੈ ਉਹ ਮੂਵ ਕਦੋਂ ਕਰੇਗਾ, ਜਦੋਂ ਉਹਦੀ ਕੈਨੈਟਿਕ ਐਨਰਜੀ ਕੀ ਹੋਏਗੀ, ਇੰਕਰੀਜ਼ ਹੋਏਗੀ ਅਤੇ ਫੋਰਸ ਆਫ ਅਟਰੈਕਸ਼ਨ ਡਿਕਰੀਜ਼ ਹੋਣਾ ਸ਼ੁਰੂ ਹੋ ਜਾਏਗੀ, ਕਿਉਂਕਿ ਫੋਰਸ ਆਫ ਅਟਰੈਕਸ਼ਨ ਨੇ ਉਹਨਾਂ ਪਾਰਟੀਕਲਸ ਨੂੰ ਫੜ ਕੇ ਰੱਖਿਆ ਹੋਇਆ ਹੈ। ਜਦੋਂ ਕੈਨੈਟਿਕ ਐਨਰਜੀ ਵਧਣਾ ਸ਼ੁਰੂ ਕਰੇਗੀ ਤਾਂ ਫੋਰਸ ਆਫ ਅਟਰੈਕਸ਼ਨ ਘਟੇਗੀ ਤਾਂ ਨਾਲ ਦੀ ਨਾਲ ਪਾਰਟੀਕਲਸ ਨੇ ਕੀ ਕਰਨਾ, ਮੂਵ ਕਰਨਾ ਸ਼ੁਰੂ ਕਰ ਦਿੱਤਾ ਹੈ। As we keep on supplying the heat, a point come when the particles overcome the force of attraction completely। ਇੱਕ ਪੁਆਇੰਟ ਆਏਗਾ ਜਿੱਥੇ ਕੀ ਹੋਏਗਾ, ਜਿਹੜੀ ਫੋਰਸ ਆਫ ਅਟਰੈਕਸ਼ਨ ਹੈ ਬਿਲਕੁਲ ਨਿਗਲੀਜੀਬਲ ਹੋ ਜਾਏਗੀ। ਦਿਸ ਇਜ਼ ਵੈਨ ਲਿਕੁਇਡ ਸਟਾਰਟ ਚੇਂਜ ਇਨਟੂ ਗੈਸ। ਇਸ ਪੁਆਇੰਟ 'ਤੇ ਲਿਕੁਇਡ ਗੈਸਿਸ ਦੇ ਵਿੱਚ ਚੇਂਜ ਹੋਣਾ ਸ਼ੁਰੂ ਹੋ ਜਾਏਗਾ। ਫੋਰ ਐਗਜ਼ਾਮਪਲ ਦੇਖੋ ਇੱਕ ਕੈਟਲ ਪਈ ਆ, ਆਪਾਂ ਉਹਨੂੰ ਹੀਟ ਕਰ ਰਹੇ ਹਾਂ ਬਟ ਐਟ ਵਨ ਪੁਆਇੰਟ ਵੈਨ ਵਾਟਰ ਚੇਂਜ ਇਨਟੂ ਵੇਪਰ। ਜੋ ਆਪਾਂ ਡਾਇਗਰਾਮ ਵਿੱਚ ਦੇਖ ਰਹੇ ਹਾਂ ਵੀ ਵਾਟਰ ਕਾਹਦੇ ਵਿੱਚ ਚੇਂਜ ਹੋ ਰਿਹਾ, ਵਾਟਰ ਵੇਪਰ ਦੇ ਵਿੱਚ। ਬੋਇਲਿੰਗ ਪੁਆਇੰਟ, ਦ ਟੈਂਪਰੇਚਰ ਐਟ ਵਿਚ ਲਿਕੁਇਡ ਸਟਾਰਟ ਬੋਇਲ। ਉਹ ਟੈਂਪਰੇਚਰ ਜਿੱਥੇ ਕਿ ਇੱਕ ਕੋਈ ਵੀ ਮਤਲਬ ਸਪੋਜ਼ ਕਰੋ ਲਿਕੁਇਡ ਹੈ, ਉਹ ਕੀ ਹੋ ਜਾਂਦਾ, ਉਬਲਣਾ ਸ਼ੁਰੂ ਕਰ ਦਿੰਦਾ, ਉਹਨੂੰ ਆਪਾਂ ਕੀ ਬੋਲਦੇ ਹਾਂ, ਉਹਦਾ ਬੋਇਲਿੰਗ ਪੁਆਇੰਟ। ਬੋਇਲਿੰਗ ਪੁਆਇੰਟ ਹੁੰਦਾ ਉਬਾਲ ਦਰਜਾ ਕਿੰਨਾ ਹੈ। ਫੋਰ ਐਗਜ਼ਾਮਪਲ ਬੋਇਲਿੰਗ ਪੁਆਇੰਟ ਆਫ ਵਾਟਰ ਇਜ਼ 100 ਡਿਗਰੀ ਸੈਲਸੀਅਸ। ਵਾਟਰ ਦਾ ਬੋਇਲਿੰਗ ਪੁਆਇੰਟ ਕਿੰਨਾ ਹੁੰਦਾ, 100 ਡਿਗਰੀ ਸੈਲਸੀਅਸ। ਨੈਕਸਟ ਟੋਪਿਕ ਹੈ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ। ਦ ਅਮਾਊਂਟ ਆਫ ਹੀਟ ਐਨਰਜੀ ਰਿਕੁਆਇਰਡ ਟੂ ਚੇਂਜ 1 ਕਿਲੋਗ੍ਰਾਮ ਆਫ ਲਿਕੁਇਡ ਇਨਟੂ ਗੈਸ। ਆਪਾਂ ਨੂੰ ਕਿੰਨੀ ਅਮਾਊਂਟ ਆਫ ਐਨਰਜੀ ਚਾਹੀਦੀ ਹੈ 1 ਕਿਲੋਗ੍ਰਾਮ ਲਿਕੁਇਡ ਨੂੰ ਗੈਸਿਸ ਦੇ ਵਿੱਚ ਬਦਲਣ ਲਈ ਐਟ ਐਟਮੋਸਫੀਅਰਿਕ ਪ੍ਰੈਸ਼ਰ ਇਜ਼ ਨੋਨ ਐਜ਼ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ।